Hello everyone, welcome to Victor's Knowledge. This is Chinu Sharma and today we are going to take up few important MCQs ਤੇ ਆਪਣੇ ਅੱਜ ਦੇ ਇਸ ਲੈਕਚਰ ਦਾ ਮੇਨ ਫੋਕਸ ਰਹੂਗਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਐਂਡ ਆਰਟ ਐਂਡ ਕਲਚਰ। So first question is related to an important central government scheme. So ਦੋ ਸਟੇਟਮੈਂਟ ਦਿੱਤੀਆਂ ਹੋਈਆਂ ਨੇ, ਆਪਾਂ ਨੇ ਦੱਸਣਾ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। पहली है नैशनल फूड सिक्योरिटी मिशन एक सेंट्रल स्कीम है ਜਿਹਨੂੰ ਇੰਡੀਆ ਦੀ ਸਰਕਾਰ ਨੇ ਲਾਂਚ ਕੀਤਾ ਸੀ 2007 ਵਿੱਚ ਤੇ ਇਹਦਾ ਮੋਟੋ ਹੈ ਵੀਟ ਰਾਈਸ ਪਲਸਿਸ। ਇਹ ਤਿੰਨ ਚੀਜ਼ਾਂ ਦੀ ਪ੍ਰੋਡਕਸ਼ਨ ਤੇ ਪ੍ਰੋਡਕਟਿਵਿਟੀ ਦੋਨਾਂ ਨੂੰ ਵਧਾਉਣਾ ਸਸਟੇਨੇਬਲ ਬੇਸਿਸ ਤੇ। ਸੋ ਕਿਸੇ ਵੀ ਇੱਕ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਨਾ ਕਰਕੇ ਸਾਰਿਆਂ ਦਾ ਇੱਕ ਪ੍ਰੋਪਰ ਰੀਜ਼ਨੇਬਲ ਤਰੀਕੇ ਦੇ ਨਾਲ डिवाइड करके उन्होंने प्रोडक्शन भी बनी रहे, उन्होंने प्रोडक्टिविटी भी आवे। मतलब प्रोडक्शन मतलब कि किते कमी ना पवे, प्रोडक्टिविटी मतलब कि जेड़ी भी अपने को फसल आ रही है, वीट है, राइस है, पल्सिस है, कोई भी क्रॉप्स है, ये बिल्कुल सही क्वालिटी दे होण। सो नैशनल फूड सिक्योरिटी मिशन नाल रिलेटेड ये दोनों स्टेटमेंट बिल्कुल सही ने ते इहदा राइट आंसर है ऑप्शन सी बोथ 1 and 2। कंसीडर द फॉलोइंग स्टेटमेंट। सुप्रीम कोर्ट ने 24 मार्च 2015 ਨੂੰ ਸੈਕਸ਼ਨ 66A ਇਨਫੋਰਮੇਸ਼ਨ ਐਂਡ ਟੈਕਨੋਲੋਜੀ ਐਕਟ 2000 ਦਾ ਸਟਰਕ ਡਾਊਨ ਕਰਤਾ ਸੀ। ਮਤਲਬ ਕਿ ਇਹ ਹਟਾਤਾ ਸੀ ਐਕਟ ਦੇ ਵਿੱਚੋਂ ਸੈਕਸ਼ਨ 66A। ਇਹਨੂੰ ਅਨਕਨਸਟੀਟਿਊਸ਼ਨਲ ਕਿਹਾ ਸੀ। ਇਹ ਕਿਹਾ ਸੀ ਵੀ ਜਿਹੜੇ ਆਪਣੇ ਸੰਵਿਧਾਨ ਦੇ ਸਿਧਾਂਤ ਨੇ ਉਹਨਾਂ ਦੇ ਖਿਲਾਫ ਹੈ। Second statement है Supreme Court in its ruling held that Section 66A interfere with freedom of speech expression under Article 15। So पहली statement इस Section 66A ਦੀ ਜਿਹੜੀ ruling आई सी Supreme Court ਦੀ ਉਹਨੂੰ ਲੈ ਕੇ ਬਿਲਕੁਲ ਸਹੀ ਹੈ ਤੇ ਇਹਦਾ right answer ਹੈ option A 1 only। ਦੂਜੀ statement ਗਲਤ ਹੈ ਕਿਉਂਕਿ ਸੁਪਰੀਮ ਕੋਰਟ ਨੇ ਇਹਨੂੰ ਆਰਟੀਕਲ 15 ਕਰਕੇ ਨਹੀਂ ਸੀ ਹਟਾਇਆ, ਇਹਨੂੰ ਹਟਾਇਆ ਸੀ ਆਰਟੀਕਲ 19 ਕਰਕੇ। ਸੋ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਸੈਕਸ਼ਨ 66A ਖਿਲਾਫ ਹੈ ਆਰਟੀਕਲ 19 ਦੇ। ਸੋ ਆਰਟੀਕਲ 19 ਮਤਲਬ ਇਹ ਫਰੀडम ਆਫ ਸਪੀਚ ਐਕਸਪ੍ਰੈਸ਼ਨ ਦੇ ਅਗੇਂਸਟ ਹੈ। ਸੋ ਨੈਕਸਟ ਇੱਕ ਵਰਲਡ ਜੀਓਗ੍ਰਾਫੀ ਦਾ ਕੁਐਸਚਨ ਹੈ। ਕਈ ਵਾਰੀ ਐਗਜ਼ਾਮਸ ਦੇ ਵਿੱਚ ਇੱਕ ਅੱਧਾ ਇਸ ਤਰ੍ਹਾਂ ਦਾ ਕੁਐਸਚਨ ਦੇਖਣ ਨੂੰ ਮਿਲ ਜਾਂਦਾ ਹੈ ਤੇ ਮੋਸਟਲੀ ਜਿਹੜੇ ਪੰਜਾਬ ਸਟੇਟ ਦੇ ਐਗਜ਼ਾਮ ਨੇ ਤੁਸੀਂ ਉਹਨਾਂ ਦੇ ਧਿਆਨ ਰੱਖਣਾ ਹੈ ਵੀ ਜੇ ਹੋ ਸਕੇ ਤੁਸੀਂ ਵਰਲਡ ਜੀਓਗ੍ਰਾਫੀ, ਵੈਸੇ ਤੁਸੀਂ ਇੰਨੀ ਵਾਈਡ ਹੈ ਪੂਰੀ ਤਿਆਰ ਨਹੀਂ ਕਰ ਸਕਦੇ, ਪਰ UPSC ਦੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਜਿਹੜੇ ਵੀ ਵਰਲਡ ਜੀਓਗ੍ਰਾਫੀ ਦੇ ਕੁਐਸਚਨ ਆਏ ਹੁੰਦੇ ਨੇ ਤੁਸੀਂ ਉਹਨਾਂ ਨੂੰ ਕਵਰ ਕਰਕੇ ਜਾਓ ਕਿਉਂਕਿ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪੰਜਾਬ ਸਟੇਟ ਵਿੱਚ ਜਿਹੜੇ ਵੀ ਇਸ ਤਰ੍ਹਾਂ ਦੇ ਇੱਕ ਦੋ ਕੁਐਸਚਨ ਪੁੱਛੇ ਜਾਂਦੇ ਨੇ ਟਫ, ਉਹ ਹਮੇਸ਼ਾ UPSC ਦੇ ਵਿੱਚੋਂ ਹੀ ਲਏ ਜਾਂਦੇ ਨੇ। ਸੋ ਨੈਕਸਟ ਇਜ਼ ਟ੍ਰਾਈਬਸ ਕੰਟਰੀ। ਸੋ ਇੱਕ ਸਾਈਡ ਤੇ ਟ੍ਰਾਈਬਸ ਦੀ ਲਿਸਟ ਹੈ, ਦੂਜੀ ਸਾਈਡ ਤੇ ਕੰਟਰੀ। ਆਪਾਂ ਨੇ ਮੈਚ ਕਰਨਾ ਹੈ ਵੀ ਕਿਹੜੀ ਟ੍ਰਾਈਬ ਕਿਹੜੀ ਕੰਟਰੀ ਚੋਂ ਪਾਈ ਜਾਂਦੀ ਹੈ। ਸੋ ਪਹਿਲੀ ਹੈ ਐਸਕੀਮੋ। ਐਸਕੀਮੋ ਹੁੰਦੇ ਨੇ ਕੈਨੇਡਾ ਵਿੱਚ। ਖੀਰਗਿਰ ਸੈਂਟਰਲ ਏਸ਼ੀਆ, ਮਸਾਏ ਤੰਜ਼ਾਨੀਆ, ਮਾਓਰੀ ਨਿਊਜ਼ੀਲੈਂਡ। ਸੋ ਇਹ ਚਾਰੋਂ ਹੀ ਆਪਸ ਵਿੱਚ ਸਿੱਧਾ ਸਿੱਧਾ ਮੈਚ ਹੋ ਰਹੇ ਨੇ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ A 1 2 3 4। So next is related to international organization। So international organization ਨੂੰ ਲੈ ਕੇ ਹਰ ਐਗਜ਼ਾਮ ਵਿੱਚ ਤੁਸੀਂ ਦੇਖੋਗੇ ਇੱਕ ਜਾਂ ਦੋ ਕੁਐਸਚਨ 100% ਦੇਖਣ ਨੂੰ ਮਿਲਦੇ ਨੇ। ਸੋ ਆਲਰੇਡੀ ਮੈਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਉੱਤੇ ਦੋ ਪਾਰਟਸ ਦੇ ਵਿੱਚ ਵੀਡੀਓਜ਼ ਅਪਲੋਡ ਕਰ ਚੁੱਕੀ ਹਾਂ ਤੇ ਟੋਟਲ 51 ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਡਿਟੇਲ ਦੇ ਵਿੱਚ ਕਵਰ ਨੇ। ਸੋ ਮੈਂ ਦੋਨੋਂ ਪਾਰਟਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ। ਸੋ ਹੁਣ ਆਪਾਂ ਕੁਐਸਚਨ ਦੇਖਦੇ ਹਾਂ। ਕੁਐਸਚਨ ਦੇ ਵਿੱਚ ਆਪਾਂ ਨੇ ਦੱਸਣਾ ਹੈ ਵੀ ਕਿਹੜੇ-ਕਿਹੜੇ ਹੈੱਡਕੁਆਰਟਰ ਸਹੀ ਮੈਚ ਕੀਤੇ ਨੇ। ਸੋ ਪਹਿਲਾ ਹੈ ਹੈੱਡਕੁਆਰਟਰ ਆਫ ਯੂਨੈਸਕੋ ਇਜ਼ ਇਨ ਜਨੀਵਾ, ਦੂਜਾ IMF ਪੈਰਿਸ, ਤੀਜਾ ILO ਵਾਸ਼ਿੰਗਟਨ ਐਂਡ ਚੌਥਾ UNIDO ਵੀਨਾ। ਸੋ ਇਹਨਾਂ ਦੇ ਵਿੱਚੋਂ ਜਿਹੜਾ ਹੈੱਡਕੁਆਰਟਰ ਸਹੀ ਮੈਚ ਕੀਤਾ ਹੈ ਉਹ ਹੈ ਆਪਸ਼ਨ 4 UNIDO। UNIDO ਤੁਹਾਡੇ ਲਈ ਥੋੜਾ ਯੂਨੀਕ ਵਰਡ ਲੱਗ ਰਿਹਾ ਹੋਊਗਾ ਕਿਉਂਕਿ ਆਮ ਤੌਰ ਤੇ ਆਪਾਂ UNESCO, IMF, ILO ਇਹ ਤਾਂ ਸੁਣਦੇ ਰਹਿੰਦੇ ਆ। UNIDO ਇਹਦੇ ਹੈੱਡਕੁਆਰਟਰ ਵੀਨਾ ਦੇ ਵਿੱਚ ਨੇ, ਇਹ ਬਿਲਕੁਲ ਸਹੀ ਹੈ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ C
ਇਹਦੀ ਫੁੱਲ ਫਾਰਮ ਦੇਖ ਲੈਂਦੇ ਆ। ਸੋ UNIDO stands for United Nation Industrial Development Organization। ਸੋ ਹੁਣ ਆਪਾਂ ਬਾਕੀ ਜਿਹੜੇ ਗਲਤ ਹੈਡਕੁਆਰਟਰਸ ਨੇ ਉਹਨਾਂ ਦੇ ਰਾਈਟ ਆਨਸਰ ਕੀ ਹੋਣੇ ਚਾਹੀਦੇ ਨੇ ਉਹ ਵੀ ਡਿਸਕਸ ਕਰ ਲੈਂਦੇ ਆ। ਸੋ UNESCO is located in Paris, France. IMF is located in Washington, USA. And thirdly, ILO, International Labour Organization, ਇਹ ਹੈ Geneva, Switzerland. Next is East Asia Summit 2005 ਵਿੱਚ ਫਾਰਮ ਕੀਤਾ ਗਿਆ with Asian in a leadership position। ਸੋ ਇਹਦੇ ਵਿੱਚ ਏਸ਼ੀਅਨ ਨੂੰ ਇੱਕ ਟੌਪ ਪੋਜੀਸ਼ਨ ਦੇ ਉੱਤੇ ਰੱਖਿਆ ਗਿਆ। ਪਹਿਲਾ ਸਮਿਟ ਹੋਇਆ ਕੁਆਲਾਲੰਪੁਰ ਮਲੇਸ਼ੀਆ ਵਿੱਚ। ਸੋ ਆਪਾਂ ਨੇ ਦੱਸਣਾ ਵੀ ਕੀ ਇਹ ਦੋਨੋਂ ਸਟੇਟਮੈਂਟ ਸਹੀ ਨੇ ਜਾਂ ਇਹਨਾਂ ਵਿੱਚੋਂ ਕੋਈ ਇੱਕ ਸਹੀ ਹੈ। ਸੋ ਆਨਸਰ ਇਜ਼ ਆਪਸ਼ਨ C, both 1 and 2 both statements are correct related to East Asia Summit। Next related to European Union। European Union world ਦੀ ਸਭ ਤੋਂ ਵੱਡੀ ਇਕੋਨਮੀ ਹੈ, world's largest economy। ਇਹਦਾ ਆਪਣਾ ਇੱਕ ਫਲੈਗ ਹੈ, ਐਂਥਮ ਹੈ, ਕਰੰਸੀ ਹੈ। European Union's combined armed forces are the second largest in the world। ਸੋ ਮਤਲਬ ਕਿ ਜੇ ਯੂਰੋਪੀਅਨ ਯੂਨੀਅਨ ਦੀਆਂ ਕੰਬਾਈਨਡ ਆਰਮ ਫੋਰਸਿਸ ਦੇਖੀਏ ਤਾਂ ਵਰਲਡ ਦੀਆਂ ਦੂਜੇ ਨੰਬਰ ਤੇ ਸਭ ਤੋਂ ਵੱਡੀਆਂ ਆਰਮਡ ਫੋਰਸਿਸ ਨੇ। ਚੌਥੀ ਸਟੇਟਮੈਂਟ ਹੈ EU has its own constitution। ਸੋ ਇਹਦੇ ਵਿੱਚੋਂ ਜਿਹੜੀਆਂ ਸਟੇਟਮੈਂਟ ਸਹੀ ਨੇ ਉਹਨੇ 1, 2 and 3। fourth statement is wrong, so the right answer is option A, 1, 2 and 3। ਸੋ ਇੱਕ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖੋ ਕਨਸਟੀਟਿਊਸ਼ਨ ਨਾਲ ਰਿਲੇਟਡ, EU ਦਾ ਆਪਣਾ ਐਜ਼ ਸੱਚ ਕੋਈ ਕਨਸਟੀਟਿਊਸ਼ਨ ਨਹੀਂ ਹੈ ਪਰ ਕੁਝ ਇੰਪੋਰਟੈਂਟ ਟ੍ਰੀਟੀਜ਼ ਨੇ। ਸੋ ਟ੍ਰੀਟੀਜ਼ ਹੁੰਦੀਆਂ ਨੇ ਐਜ਼ ਪਰ ਇੰਟਰਨੈਸ਼ਨਲ ਲਾਅ ਅਗਰੀਮੈਂਟਸ। ਸੋ ਇਹਨਾਂ ਦੀ ਜਿਹੜੀ ਟ੍ਰੀਟੀਜ਼ ਤਿਆਰ ਕੀਤੀਆਂ ਹੋਈਆਂ ਨੇ ਉਹਨੂੰ ਹੀ EU ਆਪਣਾ ਕਨਸਟੀਟਿਊਸ਼ਨ ਦੇਖਦਾ ਹੈ। ਨੈਕਸਟ ਇਜ਼ ਬੈਟਰ ਲਾਈਫ ਇੰਡੈਕਸ। ਇਹ OECD ਦੇ ਦੁਆਰਾ ਦਿੱਤਾ ਜਾਂਦਾ ਹੈ। ਹੈਪੀ ਪਲੈਨਟ ਇੰਡੈਕਸ ਇਜ਼ ਲਾਂਚਡ ਬਾਈ ਨਿਊ ਇਕਨੋਮਿਕ ਫਾਊਂਡੇਸ਼ਨ। ਸੋ ਇਹ ਦੋਨੋਂ ਸਟੇਟਮੈਂਟ ਕਰੈਕਟ ਨੇ ਤੇ ਰਾਈਟ ਆਨਸਰ ਹੈ ਆਪਸ਼ਨ C, both 1 and 2। ਨੈਕਸਟ ਹੁਣ ਕੁਝ ਆਰਗੇਨਾਈਜੇਸ਼ਨ ਨੇ ਤੇ ਉਹਨਾਂ ਦੇ ਦੁਆਰਾ ਲਾਂਚ ਕੀਤੀਆਂ ਜਾਣ ਵਾਲੀਆਂ ਰਿਪੋਰਟ। ਸੋ ਆਪਾਂ ਨੇ ਇਹਨਾਂ ਨੂੰ ਸਹੀ ਮੈਚ ਕਰਨਾ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਇਹਦਾ ਰਾਈਟ ਆਨਸਰ ਕੀ ਹੈ। ਸੋ ਰਾਈਟ ਆਨਸਰ ਹੈ ਆਪਸ਼ਨ B। ਸੋ ਵਰਲਡ ਬੈਂਕ ਦੇ ਦੁਆਰਾ ਜਿਹੜੀ ਲਾਂਚ ਕੀਤੀ ਜਾਂਦੀ ਹੈ ਉਹ ਹੈ ਡੂਇੰਗ ਬਿਜ਼ਨਸ ਇੰਡੈਕਸ। So doing business index is launched by World Bank, Yale and World Bank। ਇਹ ਦੋਨੋਂ ਮਿਲਕੇ ਲਾਂਚ ਕਰਦੀਆਂ ਨੇ Environment Performance Index, OECD। ਸੋ ਇਹ ਆਪਾਂ ਆਪਣੇ ਪਿਛਲੇ ਕੁਐਸਚਨ ਵਿੱਚ ਵੀ ਦੇਖ ਕੇ ਹਟਿਆ। OECD ਲਾਂਚ ਕਰਦੀ ਹੈ Better Life Index ਤੇ United Nation Environment Performance Index। ਸੋ ਇਹਦਾ ਰਾਈਟ ਆਨਸਰ ਹੈ 1, 3, 2, 3। ਨੈਕਸਟ ਇਜ਼ ਕੁਝ ਇੰਪੋਰਟੈਂਟ ਇੰਟਰਨੈਸ਼ਨਲ ਆਥਰਸ ਨੇ ਤੇ ਉਹਨਾਂ ਦੇ ਦੁਆਰਾ ਲਿਖੀਆਂ ਗਈਆਂ ਬੁੱਕਸ। ਸੋ ਆਪਾਂ ਨੇ ਦੱਸਣਾ ਵੀ ਇਹਨਾਂ ਦੇ ਵਿੱਚੋਂ ਕਿਹੜੇ ਬਿਲਕੁਲ ਸਹੀ ਆਥਰ ਨੇ ਤੇ ਉਹਨਾਂ ਦੀਆਂ ਰਾਈਟਿੰਗਸ ਦੇ ਨਾਮ ਸਹੀ ਨੇ। ਪਹਿਲੀ ਹੈ ਸਟਰਗਲ ਇਜ਼ ਮਾਈ ਲਾਈਫ ਰਿਟਨ ਬਾय ਨੈਲਸਨ ਮੰਡੇਲਾ। ਦੂਜੀ ਦ ਸਟਰਗਲ ਐਂਡ ਦ ਟ੍ਰਾਇੰਫ ਲੈਸ਼ ਵਲੇਸਾ। ਫਰੈਂਡਸ ਐਂਡ ਫੋਜ਼ ਮੁਜੀਬੁਰ ਰਹਿਮਾਨ। ਰੀਬਰਥ ਲਿਓਨਿਡ ਬ੍ਰੈਜ਼ਨੇਵ। ਸੋ ਇਹ ਚਾਰੋਂ ਹੀ ਬਿਲਕੁਲ ਸਹੀ ਨੇ ਤੇ ਇਹਦਾ ਰਾਈਟ ਆਨਸਰ ਹੈ ਆਪਸ਼ਨ D, all of the above। Next is again books and author। Freedom from fear, very important। ਕਾਫੀ ਵਾਰੀ ਐਗਜ਼ਾਮਸ ਵਿੱਚ ਦੇਖਣ ਨੂੰ ਮਿਲਦੀ ਹੈ, ਸਪੈਸ਼ਲੀ ਜਿਹੜੇ ਐਗਜ਼ਾਮ PPSC ਕੰਡਕਟ ਕਰਦੀ ਹੈ। ਸੋ ਜਿਹੜੇ ਸਟੂਡੈਂਟਸ ਨਾਇਬ ਤਹਿਸੀਲਦਾਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੋ ਫਰੀडम ਫਰੋਮ ਫੀਅਰ ਇਹ ਬੁੱਕ ਹੈ ਆਪਸ਼ਨ A, ਔਂਗ ਸੈਨ ਸੂ ਕਈ ਦੀ। ਡਿਸੀਜਨ ਪੁਆਇੰਟ ਜਾਰਜ W. ਬੁਸ਼। ਦ ਇਲੂਜ਼ਨ ਆਫ ਅਮਰਤਿਆ ਸੇਨ। ਬਰੀਫ ਹਿਸਟਰੀ ਸਟੀਫਨ ਹॉकिंग ਟਾਈਮ। ਸੋ ਰਾਈਟ ਆਨਸਰ ਇਜ਼ ਆਪਸ਼ਨ A, 1, 2, 3, 4। Next come few Indian writings। Rahul Dravid, Timeless Steel is written by Greg Chappell। An Ashes Summary, V. Krishnaswamy। Sachin, 100
Hundreds Now is written by Steve Waugh, Nasir Hussain. Opening Up an Autobiography is written by Mike Arthurton. So ये चारों बिल्कुल सही ने books and authors. So answer is option D, all of the above. Next is very important from Indian art and culture. This is for especially students who have given already sub-inspector exam and are still preparing for the upcoming exam. So ਇਹ sub-inspector exam ਦੇ ਵਿੱਚ ਦੇਖਿਆ ਹੋ ਬੱਚਿਆਂ ਨੇ ਕਿ ਟੈਂਪਲ ਨਾਲ ਰਿਲੇਟਡ ਉਹਨਾਂ ਦੇ ਆਰਕੀਟੈਕਟ ਨਾਲ ਜਾਂ ਕਿਹਨੇ ਬਣਾਇਆ, ਕਿਹੜੀ ਡਾਇਨੈਸਟੀ ਨੇ, ਕਿਹੜੇ ਰੂਲਰ ਨੇ. So ਇਸ ਤਰ੍ਹਾਂ ਦੇ question specially related to South India temples are very important from Indian art and culture topic. So first is Brideshwar Temple. So A है option A Tanjore ਵਿੱਚ. Next is Dilwara Temple, Mount Abu. Nataraj Temple, Chennai. Golden Temple, Amritsar. So right answer is option A. Nagarjun Sagar project located on river Krishna. So ਇਹ ਆਪਾਂ ਦੱਸਣੇ ਨੇ ਵੀ ਕਿਹੜੇ projects ਨੇ ਤੇ ਉਹ ਸਹੀ river ਦੇ ਨਾਲ match ਕੀਤੇ ਨੇ ਜਾਂ ਨਹੀਂ. Next is Kakarpat project on river Tapi, Bansagar project on river Son, Dulhasti project on river Chenab. So ਜਿਹੜਾ Dulhasti project ਹੈ ਇਹ ਕਾਫੀ ਵਾਰੀ as such ਕੱਲਾ ਵੀ exam ਦੇ ਵਿੱਚ ਪੁੱਛਿਆ ਜਾਂਦਾ ਹੈ. So this is very important. So ਇਹ ਚਾਰੋਂ ਹੀ ਬਿਲਕੁਲ ਸਹੀ matching ਹੈ. Answer is option D. Which among the following famous dancer is an exponent of Odissi dance style? So ਇਹਨਾਂ ਦੇ ਵਿੱਚੋਂ Odissi dance style ਦੇ ਜਿਹੜੇ main exponent ਹੈ, famous dancer ਹੈ, ਉਹ ਹੈ option C Sonal Mansingh, Sanjukta Panigri, Madhvi Mudgal. And also the third option Yamini Krishnamurthy एक कुचिपुड़ी ਤੇ ਭਰਤਨਾਟਿਅਮ ਇਹ ਦੋ ਡਾਂਸ ਨੂੰ ਪਰਫਾਰਮ ਕਰਦੇ ਹਨ. Next is match the following. Pichaviram किथे है? तमिलनाडु. Krishna estuary Andhra Pradesh. Ratnagiri Maharashtra. Bhitarkanika Odisha. So environment related है, very important. The right answer here is option C. ਤੇ ਹੁਣ ਆਪਣਾ last important question ਹੈ also related to environment. Bandipur National Park. So Bandipur National Park है option A Mysore Karnataka, Dachigam Sanctuary Jammu and Kashmir, Ghana Bird Sanctuary Bharatpur Rajasthan, Periyar Idukki Kerala. Most repeated and important question. So right answer here is option A 1 2 3 4. So this was all about. I hope you liked the video. Keep supporting Victor's Knowledge. Thank you and good luck.